ਕੀ ਨਾਮ ਹੈ ਤੁਹਾਡਾ? ਅੱਜ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਹੋ? ਕਾਰਨ? ਸਰ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ। ਮੈਂ ਮਿਲਕ ਪਿੰਡ ਸਰਦਾਰ ਰਣਜੀਤ ਸਿੰਘ ਦੀ ਧੀ ਹਾਂ ਜੀ, ਤੇ ਮੈਂ ਮਰਿੰਡੇ ਵਿਆਹੀ ਹੋਈ ਹਾਂ ਜੀ। ਤੇ 2012 ਚ ਮੇਰਾ ਵਿਆਹ ਹੋਇਆ ਸੀ। ਮੇਰੇ ਕੋਲ 2014 ਚ ਬੇਟੀ ਹੋਈ ਹੈ ਜੀ ਪਹਿਲੀ। ਉਸ ਤੋਂ ਬਾਅਦ ਮੇਰੇ ਕੋਲ 3 ਬੇਟੀਆਂ ਹੈ ਜੀ। ਤੇ ਬੇਟੀਆਂ ਕਾਰਨ ਮੇਰੇ ਘਰ 'ਚ ਬਹੁਤ ਕਲੇਸ਼ ਚੱਲ ਰਿਹਾ ਹੈ ਜੀ। ਮੇਰੇ ਕੋਲ ਬੇਟਾ ਨਹੀਂ ਹੈ ਜੀ, ਇਸ ਕਰਕੇ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਇੱਕ ਕਮਰੇ 'ਚ ਧੱਕਿਆ ਹੋਇਆ ਹੈ ਜੀ। ਅਸੀਂ 5 ਜੀ ਇੱਕ ਕਮਰੇ 'ਚ ਰਹਿ ਰਹੇ ਹਾਂ ਜੀ। ਮੇਰੇ ਕੋਲ ਲੈਟਰਿੰਗ ਬਾਥਰੂਮ ਕੁਝ ਨਹੀਂ ਹੈ ਜੀ। ਰਸੋਈ ਵੀ ਮੇਰੀ ਟਿੰਨਾਂ ਨੀਚੇ ਹੈ ਜੀ। ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ, ਮੈਂ ਪੂਰਾ ਖਾਣਾ ਪਾਣਾ ਸਭ ਬਾਰਿਸ਼ ਨਾਲ ਖਰਾਬ ਹੁੰਦਾ ਹੈ ਜੀ। ਤੇ ਮੇਰੀ ਸੱਸ ਨੇ ਜੀ ਆਪਣਾ ਧਰਮ ਪਰਿਵਰਤਨ ਕੀਤਾ ਹੋਇਆ ਜੀ। ਮੈਂ ਗੁਰਸਿੱਖ ਫੈਮਿਲੀ ਤੋਂ ਹਾਂ ਜੀ। ਕਿਹੜੇ ਕਿਹੜੇ ਧਰਮ ਪਰਿਵਰਤਨ, ਕਿਹੜੇ ਧਰਮ ਚ? ਕ੍ਰਿਸਚੀਅਨ 'ਚ ਹੈ ਜੀ। ਅੱਛਾ। ਕ੍ਰਿਸਚੀਅਨ ਧਰਮ 'ਚ ਨੇ ਜੀ ਉਹ। ਤੇ ਜਦ ਤੋਂ ਕ੍ਰਿਸਚੀਅਨ ਧਰਮ 'ਚ ਹੈ ਜੀ, ਉਹ ਸਾਨੂੰ ਗੁਰਸਿੱਖਾਂ ਨੂੰ ਚੰਗਾ ਨਹੀਂ ਜੀ ਸਮਝਦੇ। ਤੇ ਮੈਂ ਜੀ ਪਾਠ ਕਰਦੀ ਹਾਂ ਜੀ, ਸਵੇਰ ਸ਼ਾਮ ਪਾਠ ਕਰਦੀ ਹਾਂ ਜੀ, ਜਾਂ ਗੁਰਬਾਣੀ ਕੀਰਤਨ ਲਗਾਉਂਦੀ ਹਾਂ ਜੀ। ਜਦੋਂ ਮੈਂ ਗੁਰਬਾਣੀ ਕੀਰਤਨ ਲਗਾਉਂਦੀ ਹਾਂ, ਮੇਨ ਸੁੱਚਾਂ ਚੱਕ ਦਿੰਦੇ ਹਾਂ ਜੀ। ਤੇ ਮੈਂ ਕੀਰਤਨ ਕਰਦੀ ਹਾਂ ਤੇ ਮੇਰੇ ਨਾਲ ਗਾਲੀ ਗਲੋਚ ਹੁੰਦੀ ਹੈ ਜੀ। ਇਹ ਸਾਰੀ ਮੇਰੀ ਕੁੜੀ ਨੂੰ ਤਾਂ ਸਰ ਸ਼ਕਲ ਤੱਕ ਵੀ ਨਹੀਂ ਦੇਖਣੀ ਚੰਗੀ ਸਮਝਦੇ ਜੀ। ਤੇ ਸਰ ਸਾਨੂੰ ਸਾਨੂੰ ਘਰ 'ਚ ਕੋਈ ਜਗ੍ਹਾ ਜੀ, ਇੱਕੋ ਕਮਰਾ ਸਾਡੇ ਕੋਲ, ਸਾਨੂੰ ਬਹੁਤ ਔਖਾ ਹੈ ਜੀ ਉੱਥੇ। ਤੇ ਸਾਨੂੰ ਨਾ ਕੋਈ ਜਗ੍ਹਾ ਦੇ ਰਹੇ ਜੀ, ਨਾ ਛੱਤ ਕੇ ਦੇ ਰਹੇ, ਨਾ ਸਾਨੂੰ ਛੱਤਣ ਲਈ ਦੇ ਰਹੇ ਜੀ। ਅਸਾਂ ਰਹਿਣਾ ਬਹੁਤ ਮੁਸ਼ਕਿਲ ਕੀਤਾ ਹੋਇਆ ਜੀ। ਕਾਰਨ ਕੀ ਹੈ? ਕਿਉਂ ਨਹੀਂ ਦੇ ਰਹੇ ਤੁਹਾਨੂੰ ਜਗ੍ਹਾ? ਕੀ ਕਾਰਨ? ਮੰਗ ਰੱਖਦੇ ਤੁਹਾਡੇ ਅੱਗੇ ਕਿ ਪੂਰੀ ਕਰੋ ਨਾ? ਸਰ ਉਹ ਕਹਿੰਦੇ ਵੀ ਜੇ ਵੀ ਮੈਂ ਕ੍ਰਿਸਚਨ ਧਰਮ 'ਚ ਹਾਂ ਜੀ, ਵੀ ਸਾਡੇ ਨਾਲ ਉੱਥੇ ਚਲੋ, ਤੁਸੀਂ ਬਲਾਕ ਜਿੱਥੇ ਚਰਚ ਲੱਗਦੀ ਹੈ ਬਲਜਿੰਦਰ ਪਾਸਟਰ ਦੀ, ਤੁਸੀਂ ਉੱਥੇ ਚਲੋ। ਹੈ ਸਰ, 1-2 ਵਾਰੀ ਮੈਂ ਵੀ ਗਈ ਹਾਂ ਜੀ, ਪਰ ਸਾਡਾ ਮਨ ਨਹੀਂ ਜੀ ਉੱਥੇ ਮੰਨਦਾ। ਕਿਉਂ ਲੈ ਕੇ ਜਾਂਦੇ ਹੋ ਤੁਹਾਨੂੰ ਉੱਥੇ? ਸਰ ਉਹ ਕਹਿੰਦੇ ਕਿ ਉੱਥੇ ਸਾਰਿਆਂ ਦੇ ਹਰ ਇੱਕ ਮਨ ਦੀ ਇੱਛਾ ਪੂਰੀ ਹੁੰਦੀ ਹੈ, ਵੀ ਤੈਨੂੰ ਵੀ ਉੱਥੋਂ ਮੁੰਡਾ ਮਿਲੂਗਾ, ਤੈਨੂੰ ਮੁੰਡਾ ਮਿਲੂਗਾ ਤੇ ਤਾਂ ਅਸੀਂ ਤੈਨੂੰ ਰੱਖਣਾ ਹੈ। ਤੇ ਨਹੀਂ ਤਾਂ ਸਾਡੇ ਜਿਹੜੇ ਸਾਡੇ ਧਰਮ ਦੇ ਨੇ ਸਾਡੇ ਕੁਝ ਨਹੀਂ ਲੱਗਦੇ। ਨਹੀਂ ਫਿਰ ਤਾਂ ਤੁਸੀਂ ਫਿਰ ਸਾਨੂੰ ਉੱਥੋਂ ਕੱਢਣ ਨੂੰ ਫਿਰਦੇ ਆ ਜੀ। ਵਿਆਹ ਤੋਂ ਪਹਿਲਾਂ ਕੀਤਾ ਹੋਇਆ ਸੀ। ਕੀਰਤਨ ਨਹੀਂ ਸਰ, ਮੈਂ ਪਾਠ ਕਰਦੀ ਹਾਂ। ਹਾਂਜੀ। ਜਦੋਂ ਤੁਸੀਂ ਉੱਥੇ ਗਏ ਸੀਗੇ ਮਾਜਰੀ ਕ੍ਰਿਸਚਨ ਦੀ ਸਭਾ ਵਿੱਚ, ਤੇ ਤੁਹਾਨੂੰ ਕੀ ਕਿਹਾ ਉੱਥੇ ਉਹਨਾਂ ਨੇ? ਸੋ ਉਹ ਤਾਂ ਆਪਣਾ ਪ੍ਰਚਾਰ ਕਰਦੇ ਸੀ। ਉਹਨਾਂ ਦਾ ਕਹਿਣ ਦਾ ਮਤਲਬ ਹੁੰਦਾ ਕਿ ਤੁਸੀਂ ਸਾਡੇ ਵਿੱਚ ਆਓ, ਤੁਸੀਂ ਉੱਥੇ ਉਹ ਨੂਨ ਪਾਣੀ ਤੇਲ ਜੋ ਵੀ ਵੇਚਦੇ ਆ ਤੁਸੀਂ ਉਹ ਲਓ ਇੱਥੋਂ, ਤੇ ਉਹਦੇ ਨਾਲ ਤੁਹਾਨੂੰ ਫਰਕ ਪਏਗਾ, ਹੈ ਨਾ। ਤੇ ਮੁੰਡਿਆਂ ਵਾਲੇ ਮੁੰਡੇ ਹੋਣਗੇ ਜਿਹਨੂੰ ਕੋਈ ਨੌਕਰੀ ਦਾ ਕੁਝ ਹੋਏਗਾ ਜੀ। ਮੀਨਸ ਕਿ ਮੇਰੇ ਸੱਸ ਦਾ ਕਹਿਣਾ ਮਤਲਬ ਕਿ ਤੁਸੀਂ ਉੱਥੇ ਚਲੋ ਜੀ ਸਾਡੇ ਨਾਲ। ਸਰ ਮੇਰਾ ਮਨ ਨਹੀਂ ਮੰਨਦਾ, ਤੇ ਇਸ ਕਰਕੇ ਸਾਡੇ ਨਾਲ ਥੋੜ੍ਹੀ ਜਿੱਦ ਵੀ ਬਹੁਤ ਰੱਖਦੇ ਆ ਜੀ। ਕਿਸ ਤਰ੍ਹਾਂ ਦੀ ਜਿੱਦ ਰੱਖਦੇ ਆ? ਸਰ ਜਿੱਦ ਬਸ ਜੇ ਅਸੀਂ ਅੰਦਰ ਵੀ ਬੈਠੇ ਹੁੰਦੇ ਸਰ, ਬਾਹਰ ਤੋਂ ਵੀ ਕੁੰਡੀਆਂ ਸਾਨੂੰ ਲਾ ਦਿੰਦੇ ਜੀ। ਤੁਹਾਡਾ ਸਹੁਰਾ ਪਰਿਵਾਰ ਹੈ ਜਿਹੜਾ ਤੁਹਾਨੂੰ ਜ਼ਬਰਦਸਤੀ ਕਹਿ ਰਿਹਾ ਕਿ ਤੁਸੀਂ ਕ੍ਰਿਸਚੀਅਨ ਬਣੋ? ਸਰ ਜ਼ਬਰਦਸਤੀ ਹੀ ਲਗਾ ਲਓ ਸਰ ਇਹਨੂੰ। ਪਹਿਲਾਂ ਫੋਰਸ ਕਰਦੇ ਆ ਜ਼ਬਰਦਸਤੀ। ਜ਼ਬਰਦਸਤੀ ਸਿਰਫ ਬੇਟੇ ਕਰਕੇ ਕਰ ਰਹੇ ਆ ਜਾਂ ਕਿਉਂ ਕਰ ਰਹੇ ਆ? ਬੱਚਾ ਕੀ ਹੋ ਜੇ ਤਾਰ ਕੇ ਉੱਥੇ ਲੈ ਕੇ ਜਾਣਗੇ? ਨਹੀਂ ਸਰ, ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਗਰ ਤੁਸੀਂ ਇੱਧਰ ਆਓਗੇ ਤਾਂ ਹੀ ਤੁਸੀਂ ਸਾਡੇ ਹੈਗੇ, ਨਹੀਂ ਤਾਂ ਤੁਸੀਂ ਸਾਡੇ ਨਹੀਂ ਹੈਗੇ। ਮਾਂ ਪਿਓ ਸੱਸ ਸਹੁਰੇ ਤੋਂ ਇਲਾਵਾ ਵੀ ਘਰ ਦਾ ਕੋਈ ਹੋਰ ਬੰਦਾ ਜਿਹੜਾ ਪ੍ਰੈਸ਼ਰਾਈਜ਼ ਕਰ ਰਿਹਾ? ਮੇਰੀ ਨਣਦ ਹੈ ਸਰ, ਮੇਰੀ ਨਣਦ ਨੇ ਮੈਨੂੰ ਕਿਹਾ ਸੀ ਕਿ ਤੂੰ ਉੱਥੇ ਚੱਲ। ਉਹ ਇਸ ਟਾਈਮ ਇੱਥੇ ਨਹੀਂ ਹੈਗੇ, ਉਹ ਬਾਹਰ ਗਏ ਹੋਏ ਆ। ਉਹਨਾਂ ਨੇ ਕਿਹਾ ਸੀ ਕਿ ਤੂੰ ਚੱਲ, ਮੇਰਾ ਵੀ ਬਥੇਰਾ ਕੰਮ ਬਣਿਆ ਹੈ, ਤੁਹਾਡਾ ਵੀ ਹੋਏਗਾ। ਇਸ ਗੁਰਸਿੱਖਾਂ 'ਚ ਕੁਛ ਨਹੀਂ ਹੈਗਾ ਇਹ। ਸਰ ਮੇਰੇ ਗੁਟਕਿਆਂ ਦੀ ਬੜੀ ਬੇਅਦਬੀ ਹੋਈ ਹੈ ਜੀ। ਮੈਂ ਗੁਟਕਾ ਰੱਖਿਆ ਤਾਂ ਜੀ, ਮੇਰੇ ਗੁਟਕੇ ਕੋਲ ਇਹਨਾਂ ਨੇ ਬੂਟਾਂ ਵਾਲੀ ਕੱਢੀ ਹੋਈ ਜੁਰਾਬ ਰੱਖੀ ਹੋਈ ਸੀ ਜੀ। ਮੇਰੇ ਘਰੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਸੀ ਜੀ, ਉਹਦੀ ਬੇਅਦਬੀ ਹੋਈ ਸੀ। ਬਾਕੀ ਜਿਹੜੀ 1-2 ਫੋਟੋ ਮੇਰੇ ਕੋਲ ਬਚੀ ਸੀ, ਮੈਂ ਆਪਣੇ ਪੇਕੇ ਘਰ ਪਹੁੰਚਾਈ। ਗੁਟਕਾ ਆਪਣੇ ਪੇਕੇ ਘਰ ਪਹੁੰਚਾਇਆ ਜੀ। ਕੋਈ ਦਰਾਣੀ ਜਠਾਣੀ ਵੀ ਹੈ? ਜਠਾਣੀ ਹੈਗੀ ਹੈ ਜੀ। ਉਹਨਾਂ ਦਾ ਕੋਈ ਰੋਲ ਤਾਂ ਨਹੀਂ ਸਰ, ਉਹਨਾਂ ਦਾ ਕੋਈ ਰੋਲ ਅਲੱਗ ਹੈ ਜੀ। ਉਹ ਕ੍ਰਿਸਚਨ ਹੈ ਜੀ। ਮੇਰੇ ਸੱਸ ਨੇ ਉਹਨਾਂ ਨੂੰ 2 ਰੂਮ ਸੈੱਟ ਦਿੱਤਾ ਹੋਇਆ। ਮੇਰੇ ਜੇਠ ਕ੍ਰਿਸਚਨ ਹੈ ਜੀ। ਸਾਰੇ ਮਸਲੇ 'ਚ ਤੁਹਾਡੇ ਹਸਬੈਂਡ ਤੁਹਾਡੇ ਨਾਲ ਹੈ? ਸਰ ਮੇਰੇ ਹਸਬੈਂਡ ਮੇਰੇ ਨਾਲ ਹੈ ਜੀ ਹੁਣ ਤਾਂ। ਅੱਛਾ, ਇਹਦੇ ਬਾਰੇ ਕਦੇ ਪਹਿਲਾਂ ਹੀ ਫੈਸਲਾ ਹੋਇਆ ਤੁਹਾਡਾ ਕੋਈ ਪੁਲਿਸ 'ਚ ਜਾਂ ਫਿਰ ਕਿਤੇ ਪੰਚਾਇਤ? ਸਰ ਮੇਰੇ ਪਹਿਲਾਂ ਹੋਏ ਆ 4 ਫੈਸਲੇ ਹੋਏ ਜੀ ਮੇਰੇ। ਅੱਛਾ, ਕਿਸ ਚੀਜ਼ ਦੇ? ਕੋਈ ਸਰ ਪਹਿਲਾਂ ਕੋਰਟ ਕੇਸ ਹੋਇਆ ਸੀ ਸਾਡਾ। ਕਾਹਦੇ ਬਾਰੇ? ਉਹ ਜਦ ਮੇਰੀ ਬੇਟੀ ਹੋਈ ਸੀ ਸਰ, ਬੜੀ ਜਦ ਤੋਂ ਬਾਅਦ ਸੀ ਕਿ ਸਾਡੇ ਟੱਬਰ 'ਚ 32 ਸਾਲ ਬਾਅਦ ਮੇਰੇ ਕੋਲ ਪਹਿਲੀ ਬੇਟੀ ਹੋਈ ਸੀ ਜੀ। ਸਾਡੇ ਟੱਬਰ 'ਚ ਸਾਰਿਆਂ ਕੋਲ ਮੁੰਡੇ ਸੀ ਜੀ, ਪਰ ਜਦ ਮੇਰੇ ਕੋਲ ਬੇਟੀ ਹੋਈ ਜੀ, ਮੇਰੀ ਸੱਸ ਨੇ ਇੱਕ ਮਿਸਕੈਰੇਜ ਵੀ ਕਰਵਾਇਆ ਜੀ। ਮੇਰੇ ਗਰਮ ਜਿਹੇ ਇੰਜੈਕਸ਼ਨ ਲਗਵਾ ਕੇ ਜੀ, ਕਹਿੰਦੇ ਤਾਕਤ ਦਾ ਟੀਕਾ। ਮੇਰੇ ਫਸਟ ਬੇਬੀ ਮੈਂ ਮਿਸਕੈਰੇਜ ਕਰਵਾਇਆ ਜੀ। ਸਰ ਉਹ ਨਹੀਂ, ਉਹ ਵੀ ਕਿਸੇ ਫਰੈਂਡ ਦੇ ਕੋਲ ਜਾ ਕੇ ਜੀ, ਕੋਈ ਜੋ ਨਰਸਿੰਗ ਵਾਇਰ ਹੋਊਗੀ, ਕਿਸੇ ਦੇ ਘਰੇ ਜਾ ਕੇ। ਜਿਹੜੇ ਪੰਚਾਇਤ 'ਚ ਫੈਸਲੇ ਹੋਏ ਸੀ, ਜਦੋਂ ਤੁਸੀਂ ਕਹਿ ਰਹੇ ਇੱਕ ਵਾਰੀ ਪੋਸਟ ਹੋਇਆ, 3-4 ਵਾਰੀ ਹੋਏ, ਉਹ ਕਿਸੇ ਇਸ ਬਾਰੇ ਵੀ ਹੋਇਆ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਜਗ੍ਹਾ ਮਿਲ ਜੇ? ਹਾਂਜੀ ਸਰ, ਜਗ੍ਹਾ ਵਾਰੀ ਹੋਇਆ ਸੀ। ਉਹਦੇ ਵਿੱਚ ਸਾਫ਼ ਲਿਖਿਆ ਹੈ
ਕਿ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਜੇ 2014 ਚ ਹੋਇਆ ਸੀ ਕਿ ਅਸੀਂ 6 ਮਹੀਨੇ ਦੇ ਵਿੱਚ ਵੀ ਤੈਨੂੰ ਉੱਪਰ 2 ਰੂਮ ਸੈੱਟ ਬਣਾ ਕੇ ਦੇਵਾਂਗੇ ਜੀ। ਉਹਨੂੰ 4 ਸਾਲ ਹੋ ਗਏ ਸਰ, ਫੈਸਲੇ ਨੂੰ ਕੋਈ ਖਰਾ ਨਹੀਂ ਉਤਰਿਆ ਜੀ। ਹੈਂ ਤੇ ਹੁਣ ਸਰ ਹੁਣ ਫਿਰ ਫੈਸਲਾ ਹੋਇਆ ਹੈ 17 ਤਾਰੀਖ ਨੂੰ ਵੀ ਸਾਡੇ ਕੋਲ ਨਹੀਂ ਹੈਗਾ ਪੈਸਾ, ਵੀ ਤੁਸੀਂ ਇਹ ਨਿਊ ਤੱਕ ਜਗ੍ਹਾ ਬਣਾ ਲਓ ਜਦ ਤੱਕ ਥਾਣੇ ਵਾਲਿਆਂ ਨੇ ਕੀਤਾ ਹੈ। ਤੇ ਉਹਨਾਂ ਨੇ ਕਿਹਾ ਵੀ ਉਹ ਅਸੀਂ ਕੰਮ ਚਾਲੂ ਕੀਤਾ ਹੈ ਸੀ, ਮੇਰੇ ਫਾਦਰ ਬਣਾ ਕੇ ਦੇਣਗੇ। ਤੇ ਉਸੇ ਵੀ ਕੰਮ ਮਿਸਤਰੀ ਵਗੈਰਾ ਲਗਾਏ ਸੀ, ਉਹਨਾਂ ਨੇ ਉਹ ਵੀ ਗਾਲੀ ਗਲੋਚ ਕਰਕੇ ਕੱਢਤੇ ਜੀ। ਉੱਥੇ ਕੰਮ ਪੈੜਾ ਲੱਗੇ ਪਿਆ, ਕੰਮ ਸਟਾਰਟ ਪਿਆ, ਕੋਈ ਕਰਨ ਨਹੀਂ ਦੇ ਰਿਹਾ ਜੀ। ਜੇ ਮਕਾਨ ਤੁਹਾਡੇ ਫਾਦਰ ਸਾਹਿਬ ਬਣਾ ਕੇ ਦੇ ਰਹੇ ਸੀ ਤਾਂ ਉਹਨਾਂ ਨੂੰ ਕੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ? ਸਰ ਉਹਨਾਂ ਨੂੰ ਬਸ ਕੋਈ ਪ੍ਰੋਬਲਮ ਨਹੀਂ, ਪਤਾ ਨਹੀਂ ਸਰ ਕਿਆ ਤੇ ਬਣਾਉਣਾ। ਤੁਹਾਡੇ ਹਸਬੰਡ ਨਾਲ ਹਾਂਜੀ ਜਿਹੜੀ ਤੁਸੀਂ ਧਰਮ ਪਰਿਵਰਤਨ ਦੀ ਗੱਲ ਕਹੀ ਹੈ ਜੀ, ਤੁਸੀਂ ਕਿਤੇ ਗੁਰਦੁਆਰਾ ਸਾਹਿਬ ਜਾ ਕੇ ਜਾਂ ਕਿਸੇ ਸਰਕਾਰ ਕਮੇਟੀ ਵਾਲੇ ਨੂੰ ਜਾਂ ਪੁਲਿਸ ਨੂੰ ਕੰਪਲੇਂਟ ਦਿੱਤੀ ਵੀ ਸਾਡੇ 'ਤੇ ਦਬਾਅ ਬਣਾਇਆ ਜਾ ਰਿਹਾ ਵੀ ਸਾਨੂੰ ਜਾਣਬੁੱਝ ਕੇ ਕਿਸੇ ਦੂਸਰੇ ਧਰਮ ਦੇ ਵਿੱਚ ਜੁੜਨ ਨੂੰ ਕਿਹਾ ਜਾ ਰਿਹਾ? ਸਰ ਮੈਨੂੰ 2 ਵਾਰੀ ਮੇਰੀ ਸੱਸ ਨੇ 3 ਵਾਰੀ ਘਰੋਂ ਬਾਹਰ ਕੱਢਤਾ ਅੱਧੀ ਰਾਤ ਨੂੰ ਜੀ। ਮੈਂ ਬੱਚੇ ਲੈ ਕੇ ਜੀ ਸੜਕਾਂ ਤੇ ਵੀ ਰੁਲੀ ਹਾਂ ਜੀ। ਫਿਰ ਮੈਂ ਅੰਤ ਨੂੰ ਜਦ ਕੁਝ ਨਹੀਂ ਦਿਖਿਆ ਸਰ ਕਿ ਕੋਈ ਮੈਨੂੰ ਕਹੇਗਾ ਤੂੰ ਕਰੈਕਟਰਲੈਸ ਹੈ, ਕਿਸੇ ਨਾਲ ਗਈ ਹੈ, ਮੈਂ ਇਹ ਗੱਲ ਤੋਂ ਬਚਦੀ ਸਰ। ਮੈਂ ਕੋਤਵਾਲ ਸਾਹਿਬ ਗੁਰਦੁਆਰੇ ਗਈ ਹਾਂ, ਮੈਂ ਉੱਥੇ ਰਹੀ ਹਾਂ 1 ਰਾਤ ਪਹਿਲੇ, ਫਿਰ ਦੁਬਾਰਾ ਕੱਢਿਆ ਜਦ ਵੀ ਉੱਥੇ ਮੈਂ ਗ੍ਰੰਥੀ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਜੀ, ਕੋਤਵਾਲ ਸਾਹਿਬ ਜੀ। ਉਹ ਸਰ ਉਹ ਕਹਿੰਦੇ ਆ ਕਿ ਮੀਨਸ ਕਿ ਉੱਥੇ ਬਹੁਤ ਸਰ ਨਹੀਂ ਸੀ, ਜਿਹੜੇ ਗ੍ਰੰਥੀ ਜਿਹੜੇ ਪਾਠੀ ਸੀ ਉਹ ਸੀ ਜੀ। ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਗੁੱਡੀ ਹੁਣ ਆਪਾਂ ਇਹ ਸਾਡੇ ਕੋਲ ਜਦ ਤੱਕ ਕੋਈ ਸਬੂਤ ਨਹੀਂ ਹੁੰਦਾ ਆਪਾਂ ਕੋਈ ਸਟੈਪ ਨਹੀਂ ਚੱਕ ਸਕਦੇਗੇ, ਹੈ ਨਾ। ਵੀ ਕੋਈ ਸਬੂਤ ਹੋਏਗਾ ਤਾਂ ਆਪਾਂ ਕੁਝ ਕਰ ਸਕਦੇ ਹਾਂ, ਵੀ ਅਦਰਵਾਈਜ਼ ਕਹਿੰਦੇ ਹੁਣ ਮੰਦਬੁੱਧੀ ਹੈ ਉਹਨਾਂ ਦੀ। ਮੈਂ ਕਿਹਾ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੇਰੇ ਐਵੇਂ ਬੇਅਦਬੀ ਵੀ ਕੀਤੀ ਹੈ। ਗੱਲ ਇੰਨੀ ਹੈ ਕਿ ਮੈਂ ਕਿਹਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਇਸ ਟਾਈਮ। ਆਪਣੇ ਜੇਕਰ ਏਰੀਆ ਦੀ ਗੱਲ ਕਰੀਏ ਤਾਂ ਇੱਥੇ ਐਜੀਪੀਸੀ ਮੈਂਬਰ ਵੀ ਹੈਗੇ ਨੇ, ਐਜੀਪੀਸੀ ਦੇ ਐਡਜੈਕਟਿਵ ਮੈਂਬਰ ਵੀ ਹੈਗੇ ਨੇ ਜਿਹੜੇ ਪੂਰੀ ਆਪਣੀ ਪਹੁੰਚ ਰੱਖਦੇ ਨੇ ਕਮੇਟੀ ਤੱਕ ਕਿ ਉਹਨਾਂ ਨਾਲ ਕਦੇ ਰਾਬਤਾ ਨਹੀਂ ਕੀਤਾ ਵੀ ਮੇਰਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਸਰ ਮੈਂ ਇੱਥੇ ਜਾਣਦੀ ਨਹੀਂ ਜਾਣਾ ਕਿਸੇ ਨੂੰ ਜੀ। ਜੀ ਸਭਾ ਜੀ ਤੁਸੀਂ ਕਹੋਗੇ ਤੁਹਾਡੀ ਧਰਮ ਪਤਨੀ ਹੈ, ਇਹਨਾਂ ਨੇ ਕਿਹਾ ਕਿ ਇਹਦਾ ਜਿਹੜੀ ਜਗ੍ਹਾ ਦਾ ਮਸਲਾ ਹੈ, ਦੂਜਾ ਕਿ ਤੁਹਾਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਤੁਸੀਂ ਕ੍ਰਿਸ਼ਨਾ ਚਲੋ ਕਰ ਸਕੋ, ਚਾਹੀਏ ਨਹੀਂ ਐ ਨਹੀਂ ਕਹਿ ਰਹੀ ਵੀ ਕ੍ਰਿਸਚਨ ਚਲੋ ਐ ਕਹਿੰਦੇ ਵੀ ਚਰਚ ਜਾਏ ਕਰੋ। ਹਾਂਜੀ ਚਰਚ ਆ ਕੇ ਕਹਿ ਕੀ ਰਹੇ ਆ ਕਿ ਤੁਸੀਂ ਚਰਚ ਜਾਓਗੇ ਤਾਂ ਤੁਹਾਨੂੰ ਜਗ੍ਹਾ ਦਿੱਤੀ ਜਾਊਗੀ? ਇਹ ਵੀ ਨਹੀਂ ਕਹਿ ਰਹੇ ਵੀ ਐ ਨਹੀਂ ਉਹਨਾਂ ਦੀ ਮੰਨਦੀ ਵੀ ਉਹ ਐ ਵੀ ਇਹਦੇ ਕੋਲ ਕੁੜੀਆਂ ਚਲੋ ਵੀ 2 ਫੈਸਲੇ ਹੋਏ ਵੇ ਆ ਵੀ ਅਸੀਂ ਉੱਪਰ ਬਣਾ ਕੇ ਦੂੰਗੇ ਕਮਰੇ, ਉਹ 4 ਸਾਲ ਹੋ ਗਏ ਉਹ ਨਹੀਂ ਬਣੇ ਹੈਗੇ। ਉਹਦੇ ਬਾਅਦ 17 ਤਰੀਕ ਦਾ ਫੈਸਲਾ ਹੋਇਆ ਵਾ ਵੀ 1 ਕਮਰਾ ਤੁਸੀਂ ਬਣਾ ਲਓ। ਫਿਰ ਕਹਿੰਦੇ ਸਾਡੇ ਕੋਲ ਖਰਚਾ ਨਹੀਂ ਹੈਗਾ। ਚਲ ਸਹੁਰਾ ਸਾਹਿਬ ਕਹਿੰਦੇ ਵੀ ਖਰਚਾ ਮੈਂ ਦੇ ਦੇਣਾ ਬਣਾ ਲਿਓ। ਉਹ ਕਮਰਾ ਵੀ ਅੱਧ ਵਿਚਾਲੇ ਹੀ ਖੜਾ ਹੈ ਜੀ ਬਿਨਾਂ ਅੱਧੀ। ਬੇਟੇ ਦੀ ਗੱਲ ਆ ਰਹੀ ਹੈ ਕਿ ਬੇਟੇ ਲਈ ਕਿ ਉੱਥੇ ਜਾ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਤੁਸੀਂ ਕਿੱਦਾਂ ਦੇਖਦੇ ਹੋ ਇਹ ਸੱਚ? ਤੁਹਾਨੂੰ ਲੱਗਦਾ ਕਿ ਉੱਥੋਂ ਤੋਂ ਜਿਹੜਾ ਤੁਹਾਡੇ ਬੇਟੇ ਦੀ ਗੱਲ ਤੁਹਾਡੀ ਮਾਤਾ ਜੀ ਨੇ ਕਹੀ ਕਿ ਉੱਥੋਂ ਬੇਟਾ ਮਿਲੇਗਾ, ਤੁਸੀਂ ਸਹਿਮਤ ਹੋ ਇਸ ਚੀਜ਼ ਜਾਣ ਵੱਲ? ਨਹੀਂ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ, ਤੁਹਾਨੂੰ ਪਰਸਨਲੀ ਕਹਿੰਦੇ ਹੋਣ ਕੁਝ ਜਿਹੜੇ ਤੁਹਾਡੇ ਮਾਤਾ ਪਿਤਾ ਕਹਿੰਦੇ ਹੋਣ? ਜਦੋਂ ਇਹਨਾਂ ਨੂੰ ਉੱਥੇ ਡੇਰੇ ਦੇ ਵਿੱਚ ਲੈ ਕੇ ਜਾਣ ਲਈ ਕਿਹਾ ਜਾਂਦਾ ਤਾਂ ਤੁਸੀਂ ਕਿਆ ਚਾਹੁੰਦੇ ਹੋ ਵੀ ਉੱਥੇ ਜਾਣ ਜਾਂ ਨਾ ਜਾਣ? ਨਹੀਂ ਜਾਣਾ ਚਾਹੁੰਦੇ। ਫਿਰ ਤੁਹਾਡੀ ਪਤਨੀ ਆ, ਜੇਕਰ ਇਹਨਾਂ ਨੂੰ ਜ਼ਬਰਦਸਤੀ ਉਹ ਕਹਿੰਦੇ ਆ, ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਫਿਰ? ਨਹੀਂ 2 ਵਾਰੀ ਗਏ ਅਸੀਂ। 2 ਵਾਰ ਗਏ ਆ। ਤੁਹਾਡੀ ਮੰਗ ਕੀ ਹੈ? ਨਹੀਂ ਮੈਂ ਤਾਂ ਮੇਰਾ ਕੁਐਸਚਨ ਆ ਕਿ ਤੁਸੀਂ ਆਪਣੇ ਪੇਰੈਂਟਸ ਦਾ ਵਿਰੋਧ ਕਿਉਂ ਨਹੀਂ ਕਰਦੇ? ਜਦੋਂ ਤੁਹਾਡੀ ਪਤਨੀ ਉੱਥੇ ਨਹੀਂ ਜਾਣਾ ਚਾਹੁੰਦੀ ਤਾਂ ਤੁਸੀਂ ਆਪਣੀ ਪਤਨੀ ਦੇ ਨਾਲ ਹੋਣ ਦਾ ਦਾਅਵਾ ਵੀ ਕਰਦੇ ਹੋ, ਲੇਕਿਨ ਆਪਣੇ ਪੇਰੈਂਟਸ ਨੂੰ ਕਹਿਣ ਤੋਂ ਵੀ ਡਰਦੇ ਹੋ। ਰੀਜ਼ਨ ਕੀ ਮੰਨਦੇ ਹੋ? ਇਹਦਾ ਮਤਲਬ ਵੀ ਦੋਹੇ ਪਾਸੇ ਤੁਸੀਂ ਚੱਲਣ ਨੂੰ ਤਿਆਰ ਹੋ, ਵੀ ਪਤਨੀ ਨਾਲ ਵੀ ਔਰ ਮਾਪਿਆਂ ਨਾਲ ਵੀ। ਤੇ ਹੁਣ ਜਵਾਬ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਆਪਣੀ ਪਤਨੀ ਨਾਲ ਹੋ ਜਾਂ ਮਾਪਿਆਂ ਨਾਲ ਹੋ ਜੀ? ਜਦ ਤੱਕ ਵੀ ਚੱਲ ਮਾੜੀ ਮੋਟੀ ਵੀ ਸਾਡੀ ਸਾਰੀ ਵੀ ਮਿਲ ਜੁਲਤਾ, ਸਾਰੇ ਮਾਂ-ਬਾਪ ਨਾਲ ਵੀ ਮੇਰੀ ਪਤਨੀ ਦਾ ਵੀ ਇਹਨਾਂ ਸਾਰਿਆਂ ਨਾਲ ਮਿਲ ਜੁਲਤਾ, ਚਲੋ ਵੀ ਜਾਏ 2 ਵਾਰੀ ਜਾਏ। ਨਹੀਂ ਹੁਣ ਤੁਹਾਡਾ ਦਿਲ ਕਰਦਾ ਜਾਣ ਨੂੰ ਉੱਥੇ? ਤੁਸੀਂ ਆਪਣੇ ਮਾਪੇ ਨੂੰ ਕਿਉਂ ਤੁਸੀਂ ਕਹਿੰਦੇ ਕਿ ਮੇਰੀ ਧਰਮ ਪਤਨੀ ਨਹੀਂ ਜਾਣਾ ਚਾਹੁੰਦੀ, ਮੈਂ ਨਹੀਂ ਜਾਣਾ ਚਾਹੁੰਦਾ, ਇਸ ਵਾਰ ਫਿਰ ਗਏ ਨਹੀਂ ਅਸੀਂ, ਗਏ ਨਹੀਂ ਮੁੜ ਕੇ। ਨਹੀਂ ਤੁਸੀਂ ਆਪਣੇ ਪੇਰੈਂਟਸ ਨੂੰ ਕਿਹਾ ਇੱਕ ਵਾਰ ਨਹੀਂ? ਤੁਸੀਂ ਆਪਣੇ ਪੇਰੈਂਟਸ ਨੂੰ ਕਿਹਾ ਵੀ ਮੇਰੀ ਪਤਨੀ ਉੱਥੇ ਡੇਰੇ ਦੇ ਵਿੱਚ ਨਹੀਂ ਜਾਏਗੀ? ਤੁਸੀਂ ਕਿਹਾ ਫਿਰ ਕਿਹਾ ਵੀ ਨਹੀਂ ਉਹਨਾਂ ਨੇ ਜਾਣੇ ਨੂੰ, ਫਿਰ ਬੋਲ ਚਾਲ ਬੰਦ ਹੋ ਤੁਸੀਂ ਗਈ। ਖੁਦ ਹੀ ਕਹਿ ਰਹੇ ਹੋ ਵੀ ਉਹ ਉੱਥੇ ਜਾਣ ਲਈ ਕਹਿ ਰਹੇ ਨੇ। ਪਹਿਲਾਂ ਦੀ ਗੱਲ ਦੀ ਜ਼ਿਆਦਾ ਅਸੀਂ ਇਕੱਠੇ ਸੀ, ਉਹਦੇ ਬਾਅਦ ਬੋਲ ਚਾਲ ਬੰਦ ਹੋ ਗਈ, ਨਾ ਉਹਨਾਂ ਨੇ ਕਿਹਾ ਨਾ ਅਸੀਂ ਗਏ। ਤੇ ਹੁਣ ਮੰਗ ਕੀ ਆਪਣੀ ਭਾਜੀ? ਹੁਣ ਮੰਗ ਆਇਆ, ਮੇਰੇ ਪਾ 3 ਬੇਟੀਆਂ, ਮੇਰੇ ਪਾ 1 ਕਮਰਾ ਹੈ, 5 ਜੀ ਅਸੀਂ, 1 ਕਮਰੇ 'ਚ ਨਹੀਂ ਸਰਦਾ ਸਾਡਾ। ਤੁਹਾਡੀ ਕੀ ਮੰਗ ਹੈ ਜੀ? ਸਰ ਮੈਨੂੰ ਤਾਂ ਇਨਸਾਫ ਚਾਹੀਦਾ ਸਰ। ਮੇਰੇ ਕੋਲ 5 ਬੇਟੀਆਂ ਜੀ, ਮੈਂ ਬੇਟੀਆਂ ਲੈ ਕੇ ਕਿੱਥੇ ਰੁਲੂੰਗੀ ਜੀ? 3 ਬੇਟੀਆਂ ਸਰ, ਅਸੀਂ 5 1 ਕਮਰੇ 'ਚ ਰਹਿ ਰਹੇ ਹਾਂ ਜੀ। ਤੇ ਮੇਰੇ ਕੋਲ ਕਮਰੇ 'ਚ ਝਾੜੂ ਮਾਰਨੇ ਤੱਕ ਵੀ ਜਗ੍ਹਾ ਨਹੀਂ ਹੈਗੀ ਹੈ ਜੀ। ਅਸੀਂ ਰਹਿਣਾ ਵੀ ਹੈ, ਬੇਟੀਆਂ ਵੀ ਵੱਡੀਆਂ ਹੋ ਰਹੀਆਂ ਜੀ, ਅੱਗੇ ਨੂੰ 1 ਕਮਰੇ ਮੇਰਾ ਨਹੀਂ ਗੁਜ਼ਾਰਾ। ਸਾਡੇ ਕੈਮਰੇ ਲੱਗੇ ਹੋਏ ਆ ਘਰੇ ਬਾਹਰ, ਵਿਹੜੇ 'ਚ ਬਾਥਰੂਮ ਨੂੰ ਮੈਂ ਚਟਾਈ ਲਗਾ ਕੇ ਅਸੀਂ ਨਹਾ ਧੋ ਰਹੇ ਹੈਗੇ ਜੀ, ਬੱਚੀਆਂ ਮੈਂ।
ਤੇ ਉਹ ਬਾਥਰੂਮ ਦੇ ਸਾਹਮਣੇ ਬਿਲਕੁਲ ਕੈਮਰਾ ਹੈ ਸਰ, ਉੱਪਰੋਂ ਸਾਰਾ ਓਪਨ ਹੈ ਜੀ। ਸਿੰਘ ਸਾਹਿਬ ਤੁਹਾਡਾ ਕੀ ਕਹਿਣਾ ਇਸ ਤੁਸੀਂ ਬਾਰੇ? ਕਹੋਗੇ ਤੁਹਾਡੀ ਬੇਟੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ, ਸ਼ੁਰੂ ਤੋਂ ਲੈ ਕੇ ਹੀ। ਇਕਲੌਤੀ ਬੇਟੀ ਹੈ ਮੇਰੇ ਕੋਲ, ਇਕਲੌਤਾ ਮੇਰੇ ਕੋਲ ਲੜਕਾ ਹੈ। 2010 ਦੇ ਵਿੱਚ ਮੈਂ ਇਹਨੂੰ ਅੰਮ੍ਰਿਤ ਵੀ ਛਕਾਇਆ ਅਤੇ 12 ਦੇ ਵਿੱਚ ਮੈਂ ਇਹਦੀ ਸ਼ਾਦੀ ਕੀਤੀ ਹੈ। ਸ਼ਾਦੀ ਤੋਂ ਬਾਅਦ ਇਹ ਸਮਝ ਲਓ ਕਿ ਜਿੰਨਾ ਵੀ ਘਰ ਵਿੱਚ ਕੋਈ ਛੋਟਾ ਮੋਟਾ ਕਲੇਸ਼ ਹੁੰਦਾ ਸੀ, ਇਹ ਮੁੰਡੇ ਵੱਲੋਂ ਘੱਟ ਛਕਾਇਆ ਸੀ, ਇਹਦੀ ਮਾਤਾ ਵੱਲੋਂ ਜ਼ਿਆਦਾ ਛਕਾਇਆ ਸੀ ਉਹ। ਅਤੇ 12 ਦੇ ਵਿੱਚ ਇਹ ਕੋਈ ਕ੍ਰਿਸਚਨ ਨਹੀਂ ਸੀ ਹੈ ਇਹ, ਉਦੋਂ ਬਾਅਦ ਦੇ ਵਿੱਚ ਤਕਰੀਬਨ ਇਹ ਕ੍ਰਿਸਚਨ ਬਣੇ ਇਹ। ਅਤੇ ਬਾਰ ਸਾਨੂੰ ਇੱਕੋ ਗੱਲ ਦੇ ਉੱਤੇ ਇਹ ਕੁੜੀ ਦੀ ਸ਼ਿਕਾਇਤ ਆਉਂਦੀ ਸੀ ਕਿ ਡੈਡੀ ਮੈਨੂੰ ਇਹ ਚੰਗੀ ਤਰ੍ਹਾਂ ਮੇਰੇ ਨਾਲ ਬੋਲਦੇ ਨਹੀਂ ਹੈ, ਚੰਗੀ ਤਰ੍ਹਾਂ ਮੇਰੇ ਨਾਲ ਗਾਈਡ ਨਹੀਂ ਕਰ ਰਹੇ। ਪਰ ਅਖੀਰ ਦੇ ਵਿੱਚ ਮੈਂ ਇਹ ਦਿਲਾਸਾ ਦਿੰਦਾ ਰਿਹਾ ਇਹਨੂੰ ਵੀ ਚਲੋ ਕੋਈ ਗੱਲ ਨਹੀਂ। ਇਹਨੇ ਆਪਣੇ ਮਨ ਦੀ ਗੱਲ ਨਹੀਂ ਦੱਸੀ ਕਿ ਵੀ ਕੀ ਗੱਲ ਹੈ। ਹੁਣ ਅਖੀਰ ਅਸੀਂ 2-3 ਮਹੀਨੇ 4 ਮਹੀਨੇ ਤੋਂ ਵੀ ਜਦੋਂ ਅਸੀਂ ਦੁਬਾਰਾ ਇਹਨੂੰ ਪੁੱਛਿਆ ਪਿਆਰ ਦੇ ਨਾਲ ਵੀ ਅੰਦਰੋਂ ਗੱਲ ਕੀ ਹੈ, ਅਤੇ ਫਿਰ ਇਹਨਾਂ ਦੱਸਿਆ ਕਿ ਡੈਡੀ ਐਂ ਗੱਲ ਹੈਗੀ ਵੀ ਸੱਸ ਵੱਲੋਂ ਮੈਨੂੰ ਬਾਰ-ਬਾਰ ਅਤੇ ਸਾਰੇ ਵੱਲੋਂ ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ ਵੀ ਜੇ ਤੂੰ ਸਾਡੇ ਇਹ ਧਰਮ ਦੇ ਵਿੱਚ, ਕ੍ਰਿਸਚਨ ਦੇ ਵਿੱਚ ਵੀ ਸਾਡੇ ਨਾਲ ਸਾਂਝ ਰੱਖੇਂਗੀ ਅਤੇ ਤੈਨੂੰ ਜਗ੍ਹਾ ਵੀ ਮਿਲੂਗੀ, ਸਭ ਕੁਝ ਮਿਲੂਗਾ, ਵੀ ਜੇਕਰ ਨਹੀਂ ਰੱਖੇਂਗੀ ਤਾਂ ਸਾਨੂੰ ਕੁਝ ਨਹੀਂ ਮਿਲੇਗਾ। ਇਹ ਕਰਕੇ ਉਹਨਾਂ ਨੇ ਇਹ ਵੇਰਵਾ ਵੀ ਦਿੱਤਾ ਵੀ ਦੇਖੋ ਦੂਸਰੇ ਭਰਾ ਨੂੰ ਉਹ ਸਾਡੇ ਧਰਮ ਦੇ ਵਿੱਚ ਹੈ, ਉਹਨੂੰ ਸਭ ਕੁਝ ਮਿਲ ਗਿਆ। ਹੁਣ ਗੱਲ ਇਹ ਹੈਗੀ ਕਿ ਇਹ ਧਰਮ ਦੇ ਵਿੱਚ ਸਾਡਾ ਧਰਮ ਗੁਰਸਿੱਖੀ ਧਰਮ ਹੈਗਾ, ਕ੍ਰਿਸਚਨ ਧਰਮ ਹੈਗਾ। ਅਸੀਂ ਆਪਣੇ ਧਰਮ ਦੇ ਵਿੱਚ ਮੁਬਾਰਕ ਹੈ, ਅਸੀਂ ਉਹਨਾਂ ਧਰਮ ਦੀ ਕੋਈ ਨਿੰਦਿਆ ਨਹੀਂ ਕਰਦੇ, ਕੋਈ ਬਹੁਤੀ ਸ਼ੋਭਾ ਵੀ ਨਹੀਂ ਕਰਦੇ। ਸਾਡਾ ਜਿਹੜਾ ਧਰਮ ਗੁਰਸਿੱਖੀ ਧਰਮ ਹੈਗਾ, ਅਸੀਂ ਉਹਦੇ ਵਿੱਚ ਪਰਪੱਖ ਹੈਗੇ, ਅਸੀਂ ਪਰਪੱਖ ਰਹਾਂਗੇ। ਬਾਕੀ ਰਹੀ ਗੱਲ ਇਹਨਾਂ ਦੇ ਪਰਿਵਾਰ ਦੀ, ਇਹਨਾਂ ਦੇ ਪਰਿਵਾਰ ਦੇ ਵਿੱਚ ਜੋ ਕੁਝ ਚੱਲ ਰਿਹਾ, ਜੋ ਕੁਝ ਹੋ ਰਿਹਾ, ਉਹ ਸਭ ਕੁਝ ਹੀ ਬੇਟੀ ਦੇ ਜਿਹੜਾ ਘਰ ਦੇ ਸਾਹਮਣੇ ਮੁਰਗੇ ਵੱਢੇ ਜਾ ਰਹੇ ਹੈ। ਇੱਕ ਕਮਰਾ ਹੈ, ਇੱਕ ਕਮਰੇ ਦੇ ਵਿੱਚ ਇਹ 5 ਮੈਂਬਰ, ਮੈਂ ਤਾਂ ਹੈਰਾਨ ਹੈਗਾ ਵੀ 2010 ਤੋਂ ਲੈ ਕੇ ਇਹ ਕਿਵੇਂ ਗੁਜ਼ਾਰਾ ਕਰ ਰਹੇ ਹੈਗੇ, 2012 ਤੋਂ ਲੈ ਕੇ ਕਿਵੇਂ ਗੁਜ਼ਾਰਾ ਕਰ ਰਹੇ ਹੈਗੇ। 5 ਮੈਂਬਰ, ਹੁਣ ਚਲੋ 3 ਬੱਚੇ ਬਾਅਦ 'ਚ ਹੋ ਗਏ, ਵੀ ਕਿਵੇਂ ਗੁਜ਼ਾਰਾ ਕਰ ਰਹੇ। ਇੱਕ ਛੋਟਾ ਜਿਹਾ ਕਮਰਾ, ਅੱਜ ਤੱਕ ਮੈਂ ਆਪਣੀ ਬੇਟੀ ਦੇ ਘਰ ਦੇ ਵਿੱਚ ਜਦੋਂ ਜਾਂਦਾ ਹੈ ਨਾ, ਮੈਂ ਕਦੇ ਵੀ ਕਿਸੇ ਕੁਰਸੀ ਦੇ ਉੱਤੇ ਕਿ ਸੋਫਾ 'ਤੇ ਨਹੀਂ, ਬਲਕਿ ਬੈੱਡ ਦੇ ਲੱਤਾਂ ਲਮਕਾ ਕੇ ਬੈਠਦਾ। ਨਾ ਉੱਥੇ ਕੋਈ ਅਲਮਾਰੀ ਰੱਖਣ ਨੂੰ ਜਗ੍ਹਾ ਹੈ, ਨਾ ਉੱਥੇ ਬੈਠਣ ਨੂੰ ਜਗ੍ਹਾ। ਬੇਟੀ ਦੇ ਕੋਲ ਇੱਕ ਰਸੋਈ ਹੈ, ਉਹ ਵੀ ਰਸੋਈ ਪ੍ਰਾਹੁਣੇ ਨੇ ਬਹੁਤ ਜਿੱਦ ਜਹਿਦ ਕਰਕੇ ਲੜ ਕੇ ਅਤੇ ਇੱਕ ਰਸੋਈ ਬਣਾਈ ਹੈ, ਉਹ ਵੀ ਟੀਨਾਂ ਵਾਲੀ, ਉਹ ਵੀ ਚੋਰੀ ਹੈ। ਕੋਈ ਲੈਟਰਿਨ ਬਾਥਰੂਮ ਨਹੀਂ ਇਸ ਟਾਈਮ ਬੇਟੀ ਦੇ ਕੋਲ ਹੈਗਾ, ਉਹ ਵੀ ਸਿਰਫ ਆਰਜੀ ਤੌਰ 'ਤੇ ਇੱਕ ਬਣਾਇਆ ਹੈਗਾ। ਖੁੱਲ੍ਹੀ ਜਗ੍ਹਾ ਦੇ ਵਿੱਚ ਇੱਕ ਸੀਟ ਰੱਖੀ ਹੈ, ਇੱਕ ਸੀਟ ਰੱਖੀ ਹੋਈ ਹੈ, ਹੋਰ ਕੁਛ ਨਹੀਂ ਹੈ। ਉਹਦੇ ਅੰਦਰ ਸੋਫਾ ਪਿਆ, ਉਹਦੇ ਅੰਦਰ ਸਾਡਾ ਲੈਟਰਿਨ ਬਾਥਰੂਮ ਹੈ, ਉਹਦੇ ਅੰਦਰ ਸਾਡੀ ਪੇਟੀ ਪਈ ਹੈ, ਸਾਰਾ ਪਾਣੀ ਨੀਚੇ। ਪਹਿਲਾਂ ਫੈਸਲੇ ਉਹਦੇ ਕੋਈ ਦਹੇਜ ਦਾ ਵੀ ਇਲਜ਼ਾਮ ਲਾ ਸੀ। ਹਾਂ, ਇੱਕ ਦਹੇਜ ਦਾ ਸਾਡਾ ਹੈ ਸੀ, ਅਤੇ ਉਹ ਵੀ ਸਿਰਫ ਜੋ ਲੱਗਿਆ ਸੀ ਇਹਦੀ ਮਾਂ ਦੀ ਵਜ੍ਹਾ ਕਰਕੇ ਲੱਗਿਆ ਸੀ, ਅਤੇ ਇਹਦੀ ਮਾਂ ਨੇ ਹੀ ਸਾਡੇ ਜੋ ਅਤਿਆਚਾਰ ਕੀਤਾ ਸੀ, ਅਤੇ ਉਹਦੇ ਕਰਕੇ ਦਹੇਜ ਲੱਗਿਆ ਹੈ। ਅਸੀਂ ਨਹੀਂ ਚਾਹੁੰਦੇ ਵੀ ਇਹ ਕੰਮ ਕਰਨਾ। ਅਸੀਂ ਬਾਅਦ ਵਿੱਚ ਇਹ ਫੈਸਲਾ ਕੀਤਾ, ਰਾਜੀਨਾਮਾ ਕੀਤਾ ਗਾ, ਅਸੀਂ ਅੱਗੇ ਨਹੀਂ। ਰਾਜੀਨਾਮੇ ਦੀ ਕਾਪੀ ਵੀ ਸਾਡੇ ਕੋਲ ਪਈ ਹੈ, ਅਤੇ ਜਿਹੜੇ ਬਾਅਦ ਦੇ ਫੈਸਲੇ ਹੋਏ ਆ ਕਿ 2013 ਦੇ ਵਿੱਚ ਉਹਦੀ ਵੀ ਰਾਜੀਨਾਮੇ ਕਾਪੀ ਪਈ ਹੈ। ਅਤੇ ਹੁਣ 2019 ਦੇ ਵਿੱਚ ਜੇ ਕਿਹਾ ਮੈਂ 2 ਕਮਰੇ ਉੱਪਰ ਬਣਾ ਕੇ ਦੇਵਾਂਗੇ, ਟੂਰ ਵਿੱਚ ਸੈੱਟ ਬਣਾ ਕੇ ਦੇਵਾਂਗੇ, ਉਹ ਵੀ ਰਾਜੀਨਾਮੇ ਦੀ ਕਾਪੀ ਪਈ ਹੈ, ਉਹ ਵੀ ਨਹੀਂ ਬਣਿਆ ਹੈ। ਹੁਣ 17 ਤਰੀਕ ਨੂੰ ਜੋ ਫੈਸਲਾ ਹੋਇਆ, ਇਹਨਾਂ ਕਿਹਾ ਵੀ ਕਮਰਾ ਤੁਸੀਂ ਬਣਾ ਲਓ। ਮੈਂ ਕਿਹਾ ਵੀ ਚਲ ਕੋਈ ਨਹੀਂ, ਮੈਂ 1 ਲੱਖ ਰੁਪਇਆ ਕਢਾ ਕੇ ਲੈ ਕੇ ਆਇਆ, ਮੇਰੇ ਕੋਲ ਰਸੀਦਾਂ ਪਾਈਆਂ, ਸਭ ਕੁਝ ਪਿਆ ਗਾ, ਔਨਲਾਈਨ ਮੈਂ ਪੈਸੇ ਕਢਾਏ। ਅਤੇ ਉਹ ਵੀ ਸਾਡਾ ਕਮਰਾ ਜਿਹੜਾ ਮੇਰਾ 15-20 ਹਜ਼ਾਰ ਰੁਪਈਆ ਮੇਰਾ ਇੱਦਾਂ ਹੀ ਖਰਾਬ ਹੋਇਆ। ਉਹ ਕੰਧਾਂ ਕੀਤੀਆਂ ਗਈਆਂ, ਮਿਸਤਰੀਆਂ ਦੇ ਕੇ ਸੀਮੈਂਟ ਮੰਗਾਇਆ ਗਾ, ਉਹ ਵੀ ਇੱਦਾਂ ਪੈੜਾਂ ਹਾਲੇ ਵੀ ਲੱਗੀਆਂ ਹੋਈਆਂ, ਬਰਬਾਦ ਹੋ ਗਿਆ ਪੈਸਾ ਮੇਰਾ। ਹੁਣ ਨਾ ਦੇ ਅੱਗੇ ਬਣਾਉਣ ਦਾ ਨੇ ਮਾਂ ਕੀ ਉਹ ਜਾ ਕੇ ਈਓ ਨੂੰ ਉੱਥੇ ਕਹਿ ਕੇ ਉਹ ਵੀ ਕੰਮ ਰਕਵਾ ਦਿਆ। ਹੁਣ ਨਾ ਤਾਂ ਕਮਰਾ ਬਣਾਉਣ ਦਾ ਨੇ, ਕਮਰਾ ਵੀ ਕੀ ਹੈ, ਉਹ ਕਮਰੇ ਵਿੱਚ ਲੈਟਰਿੰਗ ਬਾਥਰੂਮ ਰਸੋਈ ਬਣਨੀ ਹੈ। ਮੈਂ ਤਾਂ ਇਹ ਬੇਨਤੀ ਕਰ ਰਿਹਾ ਕਿ ਜੋ ਇਹਨਾਂ ਦਾ ਬਣਦਾ ਹੱਕ ਹੈਗਾ, ਇਹਨਾਂ ਨੂੰ ਜੇ ਸਰਕਾਰ ਦਵਾ ਦੇਵੇ ਤਾਂ ਇਹ ਵਰਗਾ ਪੁੰਨ ਵਾਲਾ ਕੰਮ ਕੋਈ ਨਹੀਂ ਹੈਗਾ। ਮੈਂ ਤਾਂ ਇੰਨੀ ਬੇਨਤੀ ਕਰ ਰਿਹਾ ਜਦੋਂ ਵਿਆਹ ਕੀਤਾ ਸੀ ਉਸ ਟਾਈਮ ਵਿਚੋਲੇ ਨਾਲ ਜਾਂ ਇਹਨਾਂ ਦੇ ਸਹੁਰਾ ਪਰਿਵਾਰ ਨਾਲ ਕੋਈ ਗੱਲਬਾਤ ਇਦਾਂ ਦੀ ਧਰਮ ਨੂੰ ਲੈ ਕੇ ਮਰੰਡੇ 'ਚ ਰਹਿੰਦੇ ਕਿੱਥੇ ਜੀ ਸਹੁਰਾ ਪਰਿਵਾਰ ਦਾ? ਇਹਦਾ ਸਹੁਰਾ ਪਰਿਵਾਰ ਜੀ ਵਾਰਡ ਨੰਬਰ 1 ਹੈ, ਵਾਰਡ ਨੰਬਰ 1, ਹਾਊਸ ਨੰਬਰ 2, ਮਕਾਨ ਨੰਬਰ 2 ਹੈਗਾ, ਗਾਰਡਨ ਕਲੋਨੀ ਮਰਿੰਡਾ, ਨੀਅਰ ਲੱਕੀ ਲੈਬ। ਇੱਥੇ ਇਹ ਪਰਿਵਾਰ ਰਹਿੰਦਾ ਜੀ। ਲਾਸਟ ਦੇ ਵਿੱਚ ਹੁਣ ਤੁਹਾਡੀ ਕੀ ਮੰਗ ਹੈ ਕੀ ਵਾਸਤੇ ਕੀ ਜਿਹੜੀ ਸਾਡੀ ਇੱਕੋ ਬੇਨਤੀ, ਇੱਕੋ ਮੰਗ ਹੈ ਸਾਡੀ ਲਾਸਟ ਦੇ ਵਿੱਚ ਵੀ ਜੋ ਇਹਨਾਂ ਦਾ ਇੱਕੋ ਕਮਰਾ ਹੈ, ਵੀ ਜੋ ਇਹਨਾਂ ਦਾ ਬਣਦਾ ਹੱਕ ਹੈਗਾ ਵੀ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਹੈਗਾ। ਤੁਸੀਂ ਐਜੀਪੀਸੀ ਤੱਕ ਵੀ ਫੋਨ ਕਰੋਗੇ? ਨਹੀਂ, ਮੈਂ ਇੱਕ ਸਰਕਾਰੀ ਮੁਲਾਜ਼ਮ ਹੈਗਾ, ਮੈਂ ਕਿ ਮੇਰੀ ਅਟੈਚਮੈਂਟ ਉਹਨਾਂ ਨਾਲ ਰਹਿੰਦੀ ਹੈ ਵੀ ਪਹਿਲੇ ਇਹ ਮਾਮਲੇ ਵਿੱਚ ਮੈਂ ਉਹਨਾਂ ਨੂੰ ਆਪਣੇ ਇੱਕ ਉਹ ਕਰਕੇ ਨਹੀਂ ਦੱਸਿਆ ਵੀ ਕਿਉਂਕਿ ਮੇਰਾ ਜਿਹੜਾ ਜ਼ਿਲ੍ਹਾ ਐਜੀਪੀਸੀ ਕੋਲ ਜਾਓਗੇ? ਐਸਜੀਪੀਸੀ ਕੋਲ ਅਸੀਂ ਜਾਵਾਂਗੇ,
ਇਹ ਮਾਮਲੇ ਦੇ ਵਿੱਚ ਮੈਂ ਜਿੱਥੇ ਤੱਕ ਜਾਣਾ ਪਿਆ, ਮੈਂ ਅਕਾਲ ਤਖਤ ਸਾਹਿਬ ਦੇ ਮਾਨਯੋਗ ਜਥੇਦਾਰ ਸਾਹਿਬ ਹੈ, ਜੇ ਉੱਥੇ ਤੱਕ ਹੀ ਮੈਨੂੰ ਜਾਣਾ ਪਿਆ ਮੈਂ ਜਾਵਾਂਗਾ, ਕਿਉਂਕਿ ਮੇਰੀ ਬੇਟੀ ਦੇ ਧਰਮ ਦਾ ਮਾਮਲਾ ਹੈ। ਮੈਂ ਇਹਨੂੰ ਧਰਮ ਕਿ ਮੈਂ ਹੀ ਨਹੀਂ ਕਹਿੰਦਾ, ਤੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹਨੂੰ ਸਿੱਖਿਆ ਦਿੱਤੀ ਹੈ। ਇਹਨੇ ਪਿਛਲੇ 2000 ਕਿਹੜੇ ਸਾਲ ਦੀ ਗੱਲ ਹੈ, ਤੇ 2020-22 ਦੀ ਗੱਲ ਹੈ ਮੇਰੇ ਖਿਆਲ ਵਿੱਚ, ਉਹਦੇ ਵਿੱਚ ਭਾਈ ਗੁਰੂ ਇਕਬਾਲ ਸਿੰਘ ਜੀ ਗੁਰਇਕਬਾਲ ਸਿੰਘ ਜਿਹੜੇ ਆਪਣਾ ਜੋ ਕੌਂਸਲ ਵਾਲੇ ਅੰਮ੍ਰਿਤਸਰ ਵਾਲੇ, ਮਾਤਾ ਉਹਨਾਂ ਨੇ ਇੱਕ ਲਹਿਰ ਚਲਾਈ ਸੀ ਆ ਵੀ ਗੁਰਬਾਣੀ ਪੜ੍ਹਨ ਦੀ 300 ਸਾਲ ਲਿਖਣ 300 ਸਾਲ। ਭਗਤੀ ਦੇ ਨਾਲ। ਤੇ ਉਹਦੇ ਵਿੱਚ ਵੀ ਮੈਂ ਇਹ ਬੇਟੀ ਨੂੰ ਜਿਹੜਾ ਕੰਪੀਟੀਸ਼ਨ ਦੇ ਵਿੱਚ ਇਹਨੂੰ ਪਾਸ ਕਰਾਇਆ, ਉਹ ਵੀ ਸਾਨੂੰ ਜਿਹੜਾ ਪ੍ਰਸ਼ੰਸਾ ਪੱਤਰ ਹੈ ਉਹ ਵੀ ਸਾਡੀ ਬੇਟੀ ਨੂੰ ਮਿਲਿਆ ਹੋਇਆ। ਹੋਰ ਵੀ ਗੁਰੂ ਘਰਾਂ ਦੇ ਵੀ ਸੇਵਾ ਸਿਮਰਨ ਦੇ ਵਿੱਚ ਮੇਰੀ ਬੇਟੀ ਦਾ ਬਹੁਤ ਬੜਾ ਹੱਥ ਹੈਗਾ, ਤੇ ਸੇਵਾ ਸਿਮਰਨ ਕਰਦੀ ਹੈ, ਪਾਠ ਵੀ ਕਰਦੀ ਹੈ। ਮੈਂ 2 ਵਾਰੀ ਇਹਨੂੰ ਗੁਟਕੇ ਵੀ ਘਰੋਂ ਦਿੱਤੇ ਹੈ, ਮੇਰੇ ਪਤਾ ਨਹੀਂ ਨੇ ਗੁਰੂ ਕਿੱਥੇ ਹੈ, ਉਹ ਰੱਬ ਜਾਣਦਾ ਵੀ। ਪਰ ਲੇਕਿਨ ਅਸੀਂ ਮੇਨ ਗੱਲ ਇਹੀ ਹੈ, ਜਿਹੜਾ ਇਹਨਾਂ ਦਾ ਹੱਕ ਹੈ ਆਪਣੇ ਘਰ ਦੇ ਵਿੱਚ ਰਹੇ, ਸੇਵਾ ਸਿਮਰਨ ਕਰੇ, ਇਹ ਖੰਡ ਪਾਠ ਕਰਾਵੇ। ਸਰ ਮੈਂ ਇਹ ਸਾਹਿਬ ਚਾਹੁੰਦੀ ਹਾਂ ਪਾਠ ਆਪਣੇ ਕਰਾਵੇ, ਘਰ 'ਚ ਇੱਕ ਇਹ ਸਭ ਵੀ ਕਰਾਏ। ਕਮਰਾ ਬਣਾ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਚਾਹੁੰਦੀ ਹਾਂ ਸਰ। ਤੇ ਉਹ ਕਹਿੰਦੇ ਵੀ ਮੈਂ ਘਰੇ ਮਹਾਰਾਜ ਸਰੂਪ ਬਣਨ ਹੀ ਨਹੀਂ ਦੇਣਾ, ਕੁਝ ਵੀ ਹੋ ਜੇ ਮੈਂ ਬਣਨ ਨਹੀਂ ਦੇਣਾ। ਹੁਣ ਬਾੜੇ ਕੀ ਵੀ ਕਿਤੇ ਕਮਰਾ ਉਹਦੇ ਵਿੱਚ ਬੈਠਣ ਲੱਗੇ, ਉਹਦੇ ਵੀ ਰਹਿੰਦੇ ਸੰਦੇ। ਸਰ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਤੁਹਾਡਾ ਨੰਬਰ ਕੀ ਹੈ ਕਿ ਕੋਈ ਗੁਰਸਿੱਖ ਮਦਦ ਦੇ ਲਈ? ਮੈਂ ਨੰਬਰ ਦੇ ਦਿੰਦਾ ਜੀ, ਮੇਰਾ ਨੰਬਰ 98761 15226। ਮੇਰਾ ਨਾਮ ਰਣਜੀਤ ਸਿੰਘ ਹੈ, ਵਾਸੀ ਪਿੰਡ ਮਿਲਖ, ਨੇੜੇ ਮੁੱਲਾ ਵਕੀਲਦਾਸ ਨਿਊ ਚੰਡੀਗੜ੍ਹ ਵਿੱਚ ਮੇਰਾ ਘਰ ਹੈਗਾ। ਜਦੋਂ ਵੀ ਸੰਪਰਕ ਕਰਨਾ ਕੋਈ ਚਾਹੇ ਤਾਂ ਮੈਂ ਜੀ ਆਇਆਂ ਨੂੰ ਉਹਨਾਂ ਜਿਹੜੀ ਆਪਣੀ ਉਹਨਾਂ ਦੀ ਸਾਂਝ ਹੈ ਪਾਵਾਂਗੇ। ਠੀਕ